ਸਤਿ ਸ੍ਰੀ ਅਕਾਲ। ਮੈਂ ਜਾਣਦਾ ਹਾਂ ਕਿ ਕੁਝ ਵਿਚਾਰ ਜੋ ਮੈਂ ਇੱਥੇ ਪ੍ਰਸਤਾਵਿਤ ਕਰਦਾ ਹਾਂ ਉਹ ਸ਼ਾਇਦ ਸਵੀਕਾਰਯੋਗ ਜਾਂ ਯੂਟੋਪੀਅਨ ਵਜੋਂ ਖਾਰਜ ਨਾ ਹੋਣ, ਪਰ ਇਹ ਮਹੱਤਵਪੂਰਨ ਹੈ ਕਿ ਸਾਰੇ 8 ਬਿਲੀਅਨ ਲੋਕ ਸਦੀਵੀ ਸ਼ਾਂਤੀ, ਘਾਤਕ ਤਰੱਕੀ ਅਤੇ ਵਿਸ਼ਵਵਿਆਪੀ ਖੁਸ਼ਹਾਲੀ ਪ੍ਰਾਪਤ ਕਰਨ ਲਈ ਇੱਕ ਸਥਾਈ ਬਰਾਬਰੀ ਨਾਲ ਸਾਂਝੀ ਕਿਸਮਤ ਬਣਾਉਣ ਲਈ ਇਕੱਠੇ ਹੋਣ। ਬਿੰਦੀ। ਮੈਨੂੰ ਯਕੀਨ ਹੈ ਕਿ ਲਾਗੂ ਹੋਣ ਤੇ ਇਹ ਸਭ ਲਾਭ ਹੋਵੇਗਾ ਅਤੇ ਕੋਈ ਦਰਦ ਨਹੀਂ ਹੋਵੇਗਾ। ਅੱਜ ਤੱਕ ਹਜ਼ਾਰਾਂ ਸਾਲਾਂ ਵਿੱਚ ਅਣਗਿਣਤ ਯੁੱਧਾਂ ਵਿੱਚ ਅਣਗਿਣਤ ਲੋਕ ਮਾਰੇ ਗਏ ਹਨ ਅਤੇ ਅਗਲਾ ਵਿਸ਼ਵ ਯੁੱਧ ਸਾਡੇ ਸਾਰਿਆਂ ਨੂੰ ਹਮੇਸ਼ਾ ਲਈ ਮਿਟਾ ਸਕਦਾ ਹੈ। ਕੁਝ ਉਦਾਹਰਨਾਂ ਇਹ ਸਾਬਤ ਕਰਦੀਆਂ ਹਨ ਕਿ ਇਕਮੁੱਠ ਸਟੈਂਡ ਲੈ ਕੇ ਵੱਡੇ ਮੁੱਦਿਆਂ ਨੂੰ ਸੁਲਝਾਇਆ ਜਾ ਸਕਦਾ ਹੈ। ਕੋਵਿਡ-19 ਮਹਾਮਾਰੀ ਵਿੱਚ ਕਈ ਦੇਸ਼ਾਂ ਨੇ ਅਰਬਾਂ ਲੋਕਾਂ ਦਾ ਟੀਕਾਕਰਨ ਕਰਨ ਵਿੱਚ ਮਦਦ ਕੀਤੀ। ਇੰਟਰਨੈਟ ਨੇ ਦੁਨੀਆ ਭਰ ਵਿੱਚ ਜਾਣਕਾਰੀ ਦੇ ਤੁਰੰਤ ਪ੍ਰਸਾਰਣ ਦੀ ਆਗਿਆ ਦਿੱਤੀ ਹੈ। CFCS ਤੇ 1996 ਤੋਂ ਪਾਬੰਦੀ ਲਗਾਈ ਗਈ ਹੈ ਕਿਉਂਕਿ ਉਹ ਓਜ਼ੋਨ ਪਰਤ ਨੂੰ ਖਤਮ ਕਰ ਰਹੇ ਸਨ ਜੋ ਸਾਨੂੰ ਚਮੜੀ ਦੇ ਕੈਂਸਰ ਤੋਂ ਬਚਾਉਂਦੀ ਹੈ। ਪੈਰਿਸ ਸਮਝੌਤੇ ਦਾ ਉਦੇਸ਼ ਪੂਰਵ ਉਦਯੋਗਿਕ ਪੱਧਰ ਤੋਂ 1.5 ਡਿਗਰੀ ਸੈਲਸੀਅਸ ਤੱਕ ਗਲੋਬਲ ਤਾਪਮਾਨ ਦੇ ਵਾਧੇ ਨੂੰ ਸੀਮਤ ਕਰਨਾ ਹੈ। ਯੂਰੋਜ਼ੋਨ ਇੱਕ ਸਾਂਝੀ ਯੂਰੋ ਮੁਦਰਾ ਦੇ ਨਾਲ ਬਾਹਰ ਆਇਆ ਅਤੇ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਖੇਤਰ ਵਿੱਚ ਕਿਤੇ ਵੀ ਸੁਤੰਤਰ ਤੌਰ ਤੇ ਯਾਤਰਾ ਕਰਨ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦੇ ਹੋਏ ਉਨ੍ਹਾਂ ਦੇ ਦੇਸ਼ਾਂ ਦੇ ਅੰਦਰ ਦੀਆਂ ਸਰਹੱਦਾਂ ਨੂੰ ਵੀ ਹਟਾ ਦਿੱਤਾ। EU ਨੂੰ 2035 ਤੋਂ ਜ਼ੀਰੋ CO2 ਨਿਕਾਸੀ ਵਾਲੀਆਂ ਸਾਰੀਆਂ ਨਵੀਆਂ ਕਾਰਾਂ ਦੀ ਲੋੜ ਪਵੇਗੀ। ਅਫਰੀਕਾ, ਬ੍ਰਿਕਸ, ਆਸੀਆਨ ਅਤੇ ਦੱਖਣੀ ਅਮਰੀਕਾ ਵਿੱਚ ਸੋਨੇ ਜਾਂ ਕੁਝ ਹੋਰ ਵਸਤੂਆਂ ਦੁਆਰਾ ਸਮਰਥਿਤ ਆਮ ਮੁਦਰਾਵਾਂ ਨੂੰ ਮਨਜ਼ੂਰੀ ਨਾ ਮਿਲਣ ਦਾ ਰਾਹ ਲੱਭਣ ਲਈ ਯਤਨ ਜਾਰੀ ਹਨ। ਅਮਰੀਕਾ ਦੁਆਰਾ ਵਰਤਮਾਨ ਵਿੱਚ ਸੰਸਾਰ ਵਿੱਚ ਬਹੁਤ ਸਾਰੇ ਤਾਨਾਸ਼ਾਹ, ਲੋਕਤੰਤਰ, ਇੱਕ ਪਾਰਟੀ ਨਿਯਮ, ਧਾਰਮਿਕ ਸ਼ਾਸਕ, ਫੌਜੀ ਸ਼ਾਸਕ, ਰਾਜਸ਼ਾਹੀ, ਅਰਾਜਕਤਾ ਆਦਿ ਹਨ, ਇੱਥੋਂ ਤੱਕ ਕਿ ਇਹਨਾਂ ਸਭ ਤੋਂ ਵਧੀਆ ਸ਼ਾਸਨ ਪ੍ਰਣਾਲੀਆਂ ਵਿੱਚ ਵੀ, ਜਿਵੇਂ ਕਿ ਅਮਰੀਕਾ ਵਿੱਚ, ਜਿੱਥੇ ਬੋਲਣ ਦੀ ਆਜ਼ਾਦੀ, ਪ੍ਰੈਸ, ਚੋਣ, ਧਰਮ ਆਦਿ ਮੌਜੂਦ ਹੈ, ਸਿਆਸੀ ਪਾਰਟੀਆਂ ਵਿੱਤੀ ਜਵਾਬਦੇਹੀ ਦੀ ਚਿੰਤਾ ਕੀਤੇ ਬਿਨਾਂ ਜ਼ਿਆਦਾਤਰ ਅਗਲੀਆਂ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰਦੀਆਂ ਹਨ ਅਤੇ ਇਸ ਤਰ੍ਹਾਂ ਆਰਥਿਕ ਨਿਗਾਰ ਵੱਲ ਲੈ ਜਾਣ ਵਾਲੇ ਮੁਫ਼ਤ ਦੇ ਵਾਅਦੇ ਕਰਦੀਆਂ ਹਨ। ਸ਼ਕਤੀ ਪਰਿਸ਼ਟ ਕਰਦੀ ਹੈ ਅਤੇ ਪੂਰਨ ਸ਼ਕਤੀ ਬਿਲਕੁਲ ਪਰਿਸ਼ਟ ਕਰ ਦਿੰਦੀ ਹੈ। ਸਪਸ਼ਟ ਤੌਰ ਤੇ ਦੁਨੀਆ ਨੂੰ ਬਿਹਤਰ ਸ਼ਾਸਨ ਕਰਨ ਦੀ ਜ਼ਰੂਰਤ ਹੈ। ਸੰਸਾਰ ਨੂੰ ਦਰਪੇਸ਼ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਧਰਤੀ ਉੱਤੇ ਸਵਰਗ ਬਣਾਉਣਾ ਹੈ। ਸਵਰਗ 2050 ਤੱਕ ਸਾਰੇ ਦੇਸ਼ਾਂ ਨੂੰ ਕਵਰ ਕਰਨ ਵਾਲੇ ਦੇਸ਼ਾਂ ਦਾ ਇੱਕ ਸੰਘ ਹੋਵੇਗਾ, ਸਰਹੱਦਾਂ, ਯੁੱਧਾਂ ਜਾਂ ਫੌਜਾਂ ਤੋਂ ਬਿਨਾਂ ਇੱਕ ਸੰਸਾਰ। ਇਹ ਉਦੋਂ ਤੱਕ ਗਲੋਬਲ GDP ਨੂੰ ਘੱਟੋ-ਘੱਟ 5 ਗੁਣਾ ਵਧਾ ਸਕਦਾ ਹੈ। ਸਾਰੇ ਦੇਸ਼ਾਂ ਵਿਚਕਾਰ ਲੰਬੀ, ਗੰਭੀਰ ਅਤੇ ਉਸਾਰੂ ਬਹਿਸਾਂ ਤੋਂ ਬਾਅਦ ਹੀ ਸਵਰਗ ਵਿਸ਼ਵ ਪੱਧਰ ਤੇ ਸਭ ਤੋਂ ਵੱਧ ਪਰਿਪੱਕ ਅਤੇ ਵਧੀਆ ਸਿਧਾਂਤਾਂ ਨੂੰ ਅਪਣਾਏਗਾ। ਸਵਰਗ ਵਿੱਚ ਕਾਨੂੰਨ ਦਾ ਰਾਜ ਹੋਵੇਗਾ, ਬਿਨਾਂ ਕਿਸੇ ਵਿਤਕਰੇ ਦੇ ਅਤੇ ਇੱਕ ਸਮਾਜ ਜੋ ਕਿ ਸਮਾਵੇਸ਼ੀ ਹੈ। ਆਪਣੀ ਨਸਲ, ਧਰਮ, ਜਨਸੰਖਿਆ, ਭਾਸ਼ਾਵਾਂ, ਸੱਭਿਆਚਾਰਾਂ ਆਦਿ ਦੀ ਰੱਖਿਆ ਕਰਨ ਲਈ ਸਿਰਫ ਆਪਣੀ ਮਰਜ਼ੀ ਨਾਲ ਜਦੋਂ ਕੋਈ ਵੀ ਪੁਰਾਣਾ ਦੇਸ਼ ਯਾਤਰਾ, ਠਹਿਰਨ ਜਾਂ ਕੰਮ ਦਾ ਵੀਜ਼ਾ ਜਾਰੀ ਕਰਦਾ ਹੈ, ਕੋਈ ਬਾਹਰੀ ਵਿਅਕਤੀ ਜਾਂ ਸੰਸਥਾ ਉਨ੍ਹਾਂ ਦੇ ਖੇਤਰਾਂ ਵਿੱਚ ਦਾਖਲ ਹੋ ਸਕਦੀ ਹੈ। ਗਲੋਬਲ GDP ਦਾ 3% ਜੋੜ ਦਾ ਨਿਸ਼ਾਨ, ਯਾਨੀ $3 ਟ੍ਰਿਲੀਅਨ ਸਾਲਾਨਾ, ਫੌਜੀ ਅਤੇ ਲੜਾਈਆਂ ਵਿੱਚ ਬਰਬਾਦ ਹੋ ਰਿਹਾ ਹੈ। ਜਦੋਂ ਸਿਰਫ ਇੱਕ ਰਾਸ਼ਟਰ ਹੋਣ ਜਾ ਰਿਹਾ ਹੈ ਅਤੇ ਕੋਈ ਫੌਜ ਨਹੀਂ ਹੈ, ਤਾਂ ਇਹ ਸਾਰਾ ਪੈਸਾ ਗਲੋਬਲ ਵਾਰਮਿੰਗ ਨੂੰ ਘਟਾਉਣ, ਗਰੀਬੀ ਖਤਮ ਕਰਨ, ਬਿਹਤਰ ਬੁਨਿਆਦੀ ਢਾਂਚੇ, ਸਿਹਤ ਦਾ ਅਧਿਕਾਰ, ਸਿੱਖਿਆ ਦਾ ਅਧਿਕਾਰ ਆਦਿ ਲਈ ਵਰਤਿਆ ਜਾ ਸਕਦਾ ਹੈ। ਜੈਫਰੀ ਸੌਕਸ ਨੇ ਇਹ ਹਿਸਾਬ ਲਗਾਇਆ ਹੈ ਕਿ ਵਿਸ਼ਵ ਅਤੇ ਗਰੀਬੀ ਨੂੰ ਖਤਮ ਕਰਨ ਲਈ 20 ਸਾਲਾਂ ਲਈ ਸਿਰਫ $175 ਬਿਲੀਅਨ ਦੀ ਲੋੜ ਹੈ। ਸਾਰੀਆਂ ਮੁਦਰਾਵਾਂ ਫਿਏਟ ਹਨ ਅਤੇ ਇਸ ਲਈ ਮੈਂ ਹਰੇਕ ਦੇਸ਼ ਦੇ GDP ਆਕਾਰ ਦੇ ਆਧਾਰ ਤੇ ਇੱਕ ਗਲੋਬਲ ਡਿਜੀਟਲ ਮੁਦਰਾ ਦਾ ਵਿਸਤ੍ਰਿਤ ਹੱਲ ਲੈ ਕੇ ਆਇਆ ਹਾਂ ਜੋ ਸਿਰਫ GDC ਬੈਂਕ ਦੁਆਰਾ ਬਣਾਇਆ ਜਾ ਸਕਦਾ ਹੈ। GDP ਜਿੰਨੀ ਵੱਡੀ ਹੋਵੇਗੀ, ਦੇਸ਼ ਨੂੰ ਵੱਧ GDC ਮਿਲਣਗੇ। IPCC ਨੇ ਗਲੋਬਲ ਵਾਰਮਿੰਗ ਲਈ ਬਹੁਤ ਵਿਸਤ੍ਰਿਤ ਹੱਲ ਕੱਢੇ ਹਨ। ਵਿਸ਼ਵ ਦੀ 10% ਆਬਾਦੀ $2 ਪ੍ਰਤੀ ਦਿਨ ਤੋਂ ਘੱਟ ਤੇ ਗੁਜ਼ਾਰਾ ਕਰ ਰਹੀ ਹੈ ਅਤੇ 50% ਆਬਾਦੀ ਨੂੰ ਕੋਈ ਸਮਾਜਿਕ ਲਾਭ ਨਹੀਂ ਹੈ। ਸਵਰਗ ਵਿੱਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਬਾਲਗ 2050 ਤੱਕ ਘੱਟੋ-ਘੱਟ $5 ਪ੍ਰਤੀ ਦਿਨ ਕਮਾਉਣਗੇ। ਇਸ ਉਮਰ ਤੋਂ ਘੱਟ ਕਿਸੇ ਵੀ ਵਿਅਕਤੀ ਨੂੰ ਕੰਮ ਤੇ ਨਹੀਂ ਲਾਇਆ ਜਾ ਸਕਦਾ। 18 ਸਾਲ ਤੱਕ ਦੀ ਸਿੱਖਿਆ ਲਾਜ਼ਮੀ ਹੋਵੇਗੀ। ਗਰੀਬ ਬੱਚਿਆਂ ਅਤੇ 65 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਭੋਜਨ ਅਤੇ ਮੈਡੀਕੇਅਰ ਮੁਫਤ ਦਿੱਤਾ ਜਾਵੇਗਾ। ਗੈਰ-ਜ਼ਿੰਮੇਵਾਰ ਆਏ ਦੀ ਧਮਕੀ ਨੂੰ ਖਤਮ ਕਰ ਦਿੱਤਾ ਜਾਵੇਗਾ। ਭੂਚਾਲ, ਮਹਾਮਾਰੀ ਆਦਿ ਵਰਗੀਆਂ ਕੁਦਰਤੀ ਆਫਤਾਂ ਵਿੱਚ ਇੱਕ ਗਲੋਬਲ ਰੈਪਿਡ ਐਕਸ਼ਨ ਫੋਰਸ ਹੋਵੇਗੀ। ਕਿਸੇ ਵੀ ਹੇਰਾਫੇਰੀ ਨੂੰ ਰੋਕਣ ਲਈ ਇਨਕ੍ਰਿਪਟਡ ਡੇਟਾਬੇਸ ਵਾਲੇ ਸਮਾਰਟਫੋਨ ਦੀ ਵਰਤੋਂ ਕਰਕੇ VOTING ਆਨਲਾਈਨ ਕੀਤੀ ਜਾਵੇਗੀ।
ਸਵਰਗ ਵਿੱਚ ਇੱਕ ਧਰਮ-ਨਿਰਪੱਖ ਜਮਹੂਰੀ ਗਣਰਾਜ ਹੋਵੇਗਾ ਜਿਸ ਵਿੱਚ ਹਰ ਵੱਡੇ ਮੁੱਦੇ ਤੇ ਸਾਰਿਆਂ ਦੁਆਰਾ ਬਹਿਸ ਕੀਤੀ ਜਾਵੇਗੀ ਅਤੇ ਫਿਰ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਅੰਤਿਮ ਫੈਸਲਾ ਲਿਆ ਜਾਵੇਗਾ ਜੋ ਨੌਕਰਸ਼ਾਹੀ ਦੁਆਰਾ ਲਾਗੂ ਕੀਤੇ ਗਏ ਕਾਰਜ ਨੂੰ ਪ੍ਰਾਪਤ ਕਰਨਗੇ। ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇੱਕ ਸਪਸ਼ਟ ਯੋਜਨਾ ਦੇਣੀ ਪਵੇਗੀ ਕਿ ਕਿੰਨਾ ਟੈਕਸ ਇਕੱਠਾ ਕੀਤਾ ਜਾਵੇਗਾ ਅਤੇ ਇਸ ਨੂੰ ਬਿਨਾਂ ਕਿਸੇ ਖਰਚ ਦੇ ਕਿਵੇਂ ਖਰਚਿਆ ਜਾਵੇਗਾ ਤਾਂ ਜੋ ਸਾਰੇ ਵੋਟਰ ਸੂਝਵਾਨ ਫੈਸਲੇ ਲੈ ਸਕਣ। ਪੌਦਿਆਂ ਅਤੇ ਜਾਨਵਰਾਂ ਨੂੰ ਉਦਯੋਗਿਕ ਕ੍ਰਾਂਤੀ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਚਲਿਤ ਪੱਧਰਾਂ ਤੇ ਬਹਾਲ ਕੀਤਾ ਜਾਵੇਗਾ। ਕੁਆਂਟਮ ਕੰਪਿਊਟਿੰਗ, ਖੇਤੀਬਾੜੀ, IT, ਫਾਰਮਾਸਿਊਟੀਕਲ, ਰੋਗਾਂ ਦੇ ਖਾਤਮੇ ਦੇ ਨਾਲ ਨਿਊਕਲੀਅਰ ਫਿਊਜ਼ਨ, ਜੋ ਕਿ ਰੇਡੀਓਐਕਟਿਵ ਰਹਿੰਦ ਖੂਹਦ ਪੈਦਾ ਨਹੀਂ ਕਰਦੇ ਹਨ, ਵਿੱਚ ਨਵੀਨਤਾ ਨੂੰ ਜ਼ੋਰਦਾਰ ਢੰਗ ਨਾਲ ਉਤਸ਼ਾਹਿਤ ਕੀਤਾ ਜਾਵੇਗਾ। ਕੋਲਾ, ਤੇਲ, ਗੈਸ ਆਦਿ ਦੀ ਮਾਈਨਿੰਗ ਅਤੇ ICE ਵਾਹਨਾਂ ਤੇ ਵੀ ਪਾਬੰਦੀ ਹੋਵੇਗੀ। ਇਹ ਵਸਤੂਆਂ ਦੇ ਨਿਰਮਾਣ ਅਤੇ ਰਹਿੰਦ ਖੂਹਦ ਦੇ ਨਿਪਟਾਰੇ ਵਿੱਚ ਉੱਚੇ ਹਰੇ ਮਾਪਦੰਡਾਂ ਨੂੰ ਅਪਣਾਏਗਾ। ਇਹ 2050 ਤੱਕ ਵਿਸ਼ਵ ਪੱਧਰ ਤੇ 100% ਨੈਟ ਜ਼ੀਰੋ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਯੋਜਨਾ ਬਣਾਏਗਾ। ਹੈਵਨ ਇੱਕ ਮਜ਼ਬੂਤ, ਲਚਕੀਲੇ ਸਿਸਟਮ ਨੂੰ ਵਿਕਸਤ ਕਰਨ ਲਈ ਬੈਂਕਿੰਗ ਅਤੇ ਵਿੱਤੀ ਪ੍ਰਣਾਲੀਆਂ ਵਿੱਚ ਬਦਲਾਅ ਲਿਆਵੇਗਾ ਜੋ ਕਿਸੇ ਕਾਰਨ ਕਰਕੇ ਟੁੱਟਣ ਦੀ ਸੰਭਾਵਨਾ ਨਹੀਂ ਹੈ ਅਤੇ ਨਾ ਹੀ ਜ਼ੋਂਬੀ ਸੰਸਥਾਵਾਂ ਦਾ ਸਮਰਥਨ ਕਰੇਗਾ। ਟੈਕਸ ਲੈਣ ਦੇਣ ਆਧਾਰਿਤ ਹੋਵੇਗਾ ਅਤੇ ਤੁਰੰਤ ਆਨਲਾਈਨ ਡੈਬਿਟ ਕੀਤਾ ਜਾਵੇਗਾ। ਲੋਕਾਂ ਨੂੰ ਸ਼ਾਕਾਹਾਰੀ ਜਾਂ ਸ਼ਾਕਾਹਾਰੀ ਬਣਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਨਾਗਰਿਕਾਂ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ, ਵਿਸ਼ਵਾਸ, ਸੰਸਕ੍ਰਿਤੀ, ਰੀਤੀ, ਰਿਵਾਜ ਦਾ ਅਭਿਆਸ ਕਰਨ ਦੀ ਖੁੱਲ੍ਹ ਹੋਵੇਗੀ। ਕਿਸੇ ਵੀ ਨਾਗਰਿਕ ਜਾਂ ਪੁਲਿਸ ਨੂੰ ਅਜਿਹੇ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜੋ ਮਾਰ ਸਕਦੇ ਹਨ। ਹਾਲਾਂਕਿ ਇੱਥੇ ਕੋਈ ਫੌਜ ਨਹੀਂ ਹੋਵੇਗੀ। ਕੁਝ ਪੁਰਾਣੇ ਦੇਸ਼ਾਂ ਵਿੱਚ ਪਲਾਸਟਿਕ ਦੀਆਂ ਗੋਲੀਆਂ, ਟੇਜ਼ਰ, ਅਥਰੂ ਗੈਸ ਆਦਿ ਨਾਲ ਸਰਹੱਦੀ ਸੁਰੱਖਿਆ ਬਲਾਂ ਨੂੰ ਜਾਰੀ ਰੱਖਿਆ ਜਾ ਸਕਦਾ ਹੈ। ਗਰੀਬ ਲੋਕਾਂ ਤੋਂ ਇਕੱਠੇ ਕੀਤੇ ਟ੍ਰਾਂਜੈਕਸ਼ਨ ਟੈਕਸ ਨੂੰ ਸਮੇਂ ਤੇ ਵਾਪਸ ਕੀਤਾ ਜਾਵੇਗਾ। ਕਾਨੂੰਨ ਦੁਨੀਆ ਭਰ ਦੇ ਸਭ ਤੋਂ ਵਧੀਆ ਅਭਿਆਸਾਂ ਤੇ ਆਧਾਰਿਤ ਹੋਣਗੇ ਅਤੇ ਪਾਲਣਾ ਕਰਨ ਵਿੱਚ ਆਸਾਨ ਹੋਣਗੇ। ਸਾਰੇ ਦੀਵਾਨੀ ਅਤੇ ਫੌਜਦਾਰੀ ਕੇਸਾਂ ਵਿੱਚ ਨਿਰਣੇ ਲਈ ਸਪਸ਼ਟ, ਘੱਟ ਉਪਰਲੀ ਸਮਾਂ ਸੀਮਾ ਹੋਣੀ ਚਾਹੀਦੀ ਹੈ। ਲੋਕਾਂ ਨੂੰ ਕਾਨੂੰਨ ਤੋੜਨ ਦੇ ਨਤੀਜਿਆਂ ਤੋਂ ਡਰਨਾ ਚਾਹੀਦਾ ਹੈ ਤਾਂ ਜੋ ਸਮਾਜ ਸ਼ਾਂਤੀਪੂਰਨ ਰਹੇ। ਹਰੇਕ ਲਈ ਸਾਂਝੇ ਅਪਰਾਧਿਕ ਅਤੇ ਦੀਵਾਨੀ ਨਿਯਮ ਹੋਣੇ ਚਾਹੀਦੇ ਹਨ। ਵਿਸ਼ਵ ਦੀ ਆਬਾਦੀ 200 ਸਾਲਾਂ ਵਿੱਚ 8 ਬਿਲੀਅਨ 8 ਗੁਣਾ ਵੱਧ ਗਈ ਹੈ ਜਿਸ ਨੇ ਵਾਤਾਵਰਣ ਪ੍ਰਣਾਲੀ ਤੇ ਭਾਰੀ ਦਬਾਅ ਪਾਇਆ ਹੈ। ਇਸ ਲਈ ਪ੍ਰਤੀ ਜੋੜਾ ਵੱਧ ਤੋਂ ਵੱਧ 2 ਬੱਚਿਆਂ ਦੀ ਇਜਾਜ਼ਤ ਹੋਵੇਗੀ। ਅਮਰੀਕਾ ਦਾ ਕਰਜ਼ਾ $32 ਟ੍ਰਿਲੀਅਨ ਨੂੰ ਪਾਰ ਕਰ ਗਿਆ ਹੈ। ਰਿਪਬਲਿਕਨ ਅਤੇ ਡੈਮੋਕ੍ਰੇਟਸ ਵਿਚਕਾਰ ਪ੍ਰਤੀਯੋਗੀ ਲੋਕਪ੍ਰਿਯਤਾ ਬਹੁਤ ਗੰਭੀਰ ਹੈ ਜਿਵੇਂ ਕਿ ਭਾਰਤ ਅਤੇ ਅਜਿਹੇ ਹੋਰ ਦੇਸ਼ਾਂ ਵਿੱਚ ਕਿਉਂਕਿ ਦੋਵੇਂ ਪਾਰਟੀਆਂ ਟੈਕਸ ਨਹੀਂ ਵਧਾਉਣਾ ਚਾਹੁੰਦੀਆਂ ਅਤੇ ਅਗਲੀਆਂ ਚੋਣਾਂ ਜਿੱਤਣ ਲਈ ਆਪਣੇ ਨਾਗਰਿਕਾਂ ਨੂੰ ਮੁਫਤ ਸਹੂਲਤਾਂ ਦਿੰਦੀਆਂ ਰਹਿੰਦੀਆਂ ਹਨ। ਨਵਿਆਉਣਯੋਗ ਸਰੋਤਾਂ ਜਿਵੇਂ ਕਿ ਸੂਰਜੀ ਊਰਜਾ, ਹਾਈਡਰੋ, ਪਵਨ ਊਰਜਾ ਦੇ ਨਾਲ ਪਰਮਾਣੂ ਫਿਊਜ਼ਨ ਨੂੰ 2050 ਤੱਕ ਸਾਰੇ ਜੈਵਿਕ ਇੰਧਨ ਨੂੰ ਬਦਲਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਜੇਕਰ ਪਹਿਲਾਂ ਨਹੀਂ। ਇਥਾਨੋਲ ਵਰਗੇ ਬਾਇਓਫਿਊਲ ਨੂੰ ਵੱਡੇ ਪੱਧਰ ਤੇ ਉਤਸ਼ਾਹਿਤ ਕੀਤਾ ਜਾਵੇਗਾ। ਸਾਰੇ ਨਾਗਰਿਕਾਂ ਕੋਲ ਇੱਕ ਵਿਲੱਖਣ ਬਾਇਓਮੈਟ੍ਰਿਕ ਪਛਾਣ ਹੋਣੀ ਚਾਹੀਦੀ ਹੈ ਜਿਵੇਂ ਕਿ ਭਾਰਤ ਦਾ ਆਧਾਰ ਬੈਂਕ ਖਾਤੇ ਉਹਨਾਂ ਦੇ ਮੋਬਾਈਲ ਨੰਬਰਾਂ ਨਾਲ ਮਜ਼ਬੂਤੀ ਨਾਲ ਜੁੜੇ ਹੋਏ ਹਨ। ਸਾਰੇ ਸਿਮ ਕਿਸੇ ਵਿਅਕਤੀ ਦੇ ਲਾਈਵ ਬਾਇਓਮੈਟ੍ਰਿਕ ਪ੍ਰਮਾਣੀਕਰਨ ਤੋਂ ਬਾਅਦ ਹੀ ਜਾਰੀ ਕੀਤੇ ਜਾਣਗੇ। ਦੌਲਤ ਦੇ ਭੰਡਾਰ ਵਜੋਂ ਸੋਨਾ ਤੇਜ਼ੀ ਨਾਲ ਸਾਰਥਕਤਾ ਗੁਆ ਦੇਵੇਗਾ। 2025 ਤੱਕ ਪੂਰੀ ਧਾਰਨਾ ਤੇ ਪੂਰੀ ਤਰ੍ਹਾਂ ਬਹਿਸ ਕੀਤੇ ਜਾਣ ਦੀ ਲੋੜ ਹੈ, ਵਿਸਤਾਰ ਨਾਲ ਤਿਆਰ ਕੀਤੀ ਜਾਣੀ ਚਾਹੀਦੀ ਹੈ ਅਤੇ ਦੁਨੀਆ ਭਰ ਤੋਂ ਖਰੀਦਦਾਰੀ ਕਰਨ ਲਈ ਵਿਸ਼ਵ ਪੱਧਰ ਤੇ ਮਾਰਕੀਟਿੰਗ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਹਰ ਕੋਈ ਲੰਬੇ ਸਮੇਂ ਦੇ ਲਾਭਾਂ ਬਾਰੇ ਸਪਸ਼ਟ ਹੋਵੇ ਅਤੇ ਇਸ ਨੂੰ ਦਿਲੋਂ ਸਵੀਕਾਰ ਕਰੇ। ਵਿੱਤੀ ਘਾਟਾ ਅਤੇ ਮਹਿੰਗਾਈ ਜ਼ੀਰੋ ਰਹੇਗੀ। ਬੈਂਕਾਂ ਨੂੰ ਸੱਟੇਬਾਜ਼ੀ ਦੇ ਉਦੇਸ਼ਾਂ ਲਈ ਉਧਾਰ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਿਵੇਂ ਕਿ 1990 ਦੇ ਦਹਾਕੇ ਦੇ ਸ਼ੁਰੂ ਤੱਕ ਹੁਕਮ ਸੀ। ਇਹ ਇੱਕ ਮੁਕਤ ਮਾਰਕੀਟ ਅਰਥ ਵਿਵਸਥਾ ਹੋਵੇਗੀ। ਕਿਸੇ ਵੀ ਸਵਾਲ ਦੇ ਮਾਮਲੇ ਵਿੱਚ ਮੈਨੂੰ ਲਿਖਣ ਲਈ ਬੇਝਿਜਕ ਮਹਿਸੂਸ ਕਰੋ। ਕਿਰਪਾ ਕਰਕੇ ਵੀਡੀਓ ਨੂੰ ਆਪਣੇ ਸਾਰੇ ਸਮਾਜਿਕ ਸੰਪਰਕਾਂ ਨਾਲ ਸਾਂਝਾ ਕਰੋ। ਧਰਤੀ ਤੇ ਸਵਰਗ ਦੇ ਸੰਕਲਪ ਨੂੰ ਪੂਰਾ ਕਰਨ ਲਈ ਆਪਣਾ ਕੀਮਤੀ ਸਮਾਂ ਕੱਢਣ ਲਈ ਧੰਨਵਾਦ।